ਭਾਰਤ ਦਾ ਪ੍ਰਧਾਨ ਮੰਤਰੀ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ, ਜੋ ਬੇਮਿਸਾਲ ਉਹਨਾਂ ਦੀ ਘਾਲਣਾ ਹੈ। ਜਿਵੇਂ ਉਹਨਾਂ ਨੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਵੀ ਉਹਨੂੰ ਸਲਾਮੀ ਦਿੱਤੀ ਜਾ ਰਹੀ ਹੈ। ਤੇ ਹਰ ਸਾਲ ਉਹਨਾਂ ਦਾ ਜਿਹੜਾ ਦਿਹਾੜਾ ਸ਼ਹੀਦੀ ਦਾ, ਉਹਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਇਆ ਕਰੂ। ਇਹ ਜਿਹੜਾ ਫੈਸਲਾ ਕੀਤਾ ਗਿਆ ਇਹ ਤਾਂ ਚੰਗਾ, ਪਰ ਇਹ ਜਿਹੜੀ ਗੱਲ ਆ ਇਹ ਠੀਕ ਨਹੀਂ ਹੈ ਕਿ ਜਿਸ ਤਰੀਕੇ ਦਾ ਨਾਂ ਰੱਖਿਆ ਗਿਆ। ਅਸਲ ਵਿੱਚ ਇਹ ਖੇਡ ਇਉਂ ਨਹੀਂ ਹੈ ਜਿਵੇਂ ਇਹ ਸਾਨੂੰ ਲੱਗਣ ਲਾਈ ਹੋਈ ਆ। ਅਸਲ ਵਿੱਚ ਇਹ ਸਿੱਖੀ ਨੂੰ ਹੜੱਪ ਲੈਣ ਦੀ ਜਿਹੜੀ ਪ੍ਰਕਿਰਿਆ, ਉਹਦੇ ਵਿੱਚ ਇੱਕ ਹੋਰ ਸਟੈਪ ਚੱਕਿਆ ਗਿਆ। ਜਦੋਂ ਪੰਥ ਦੇ ਹਿੱਤਾਂ ਨੂੰ ਸੱਟ ਵੱਜਦੀ ਆ ਤਾਂ ਜਿਹੜੇ ਕੌਮ ਦਾ ਦਰਦ ਰੱਖਦੇ ਨੇ, ਜਿਹੜੇ ਪਹਿਰੇਦਾਰੀ ਕਰਦੇ ਆ ਪੰਥਕ ਹਿੱਤਾਂ ਦੀ, ਉਹਨਾਂ ਤੋਂ ਬੜੇ ਔਖੇ ਹੁੰਦੇ ਆ ਵੀ ਇਹ ਮੋਦੀ ਹੁਣਾਂ ਦੇ ਜਾਂ RSS ਦੇ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਜਾਂ ਕੌਮ ਦੇ ਦੁਸ਼ਮਣਾਂ ਦੇ ਸਾਰੇ ਏਜੰਡੇ ਨੂੰ ਲੀਰੋ ਲੀਰ ਕਰਕੇ ਧਰ ਦਿੰਦੇ ਆ। RSS ਦਾ ਏਜੰਟ ਬਣਨ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਸੰਸਥਾ ਨੂੰ ਜੁਆਇਨ ਕਰੋ। RSS ਦਾ ਮੈਂਬਰ ਬਣਨ ਲਈ ਇਹ ਆ ਵੀ ਜਿਹੜੇ ਵੀ ਉਹ ਸਿੱਖੀ ਉੱਤੇ ਅਟੈਕ ਕਰਨ, ਸਿੱਖਾਂ ਉੱਤੇ ਹਮਲਾ ਕਰਨ, ਉਹਦੀ ਐਡਵੋਕੇਸੀ ਕਰੋ, ਉਹਦੇ ਹੱਕ ਵਿੱਚ ਬੋਲੋ। ਤੇ ਜਿਹੜੇ ਸਿੱਖ ਉਸ ਕਰਤੂਤ ਦਾ ਵਿਰੋਧ ਕਰਨ, ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਕਰੋ। ਜਦੋਂ ਸਿੱਖ ਜਿਹੜੇ ਸੀ ਉਹ ਸਿਰ ਤਲੀ ਤੇ ਧਰ ਕੇ ਲੜ ਰਹੇ ਸੀ ਪੰਥ ਲਈ, ਪੰਜਾਬ ਲਈ, ਆਜ਼ਾਦੀ ਲਈ, ਅਣਖ ਲਈ, ਗੈਰਤ ਲਈ, ਸਿੱਖ ਸਿਧਾਂਤਾਂ ਲਈ ਲੜ ਰਹੇ ਸੀ। ਉਹਨਾਂ ਵੇਲਿਆਂ ਦੇ ਵਿੱਚ ਬੜੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਦੀ ਫਿਤਰਤ ਸੀ ਕਿ ਆਪਾਂ ਤਾਂ ਪੰਜਾਬ ਦੇ ਪੰਥ ਦੇ ਦੁਸ਼ਮਣਾਂ ਦੇ ਹੱਕ 'ਚ ਖੜਨਾ। ਇਹ ਜਿਹੜੀ ਧਿਰ ਵਾ, ਇਹੀ ਧਿਰ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ ਕਿ ਸਿੱਖਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ ਜੀ। ਨਰਿੰਦਰ ਮੋਦੀ ਨੇ ਤਾਂ ਕਮਾਲ ਕਰਤੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਇੱਕ ਖਬਰ ਜਿਹੜੀ ਆ ਬੜੀ ਅਹਿਮ ਆ ਸਾਡੀ ਕੌਮ ਦੇ ਇਤਿਹਾਸ ਲਈ, ਸਾਡੀ ਕੌਮ ਦੇ ਭਵਿੱਖ ਲਈ। ਉਹਦੇ ਉੱਤੇ ਅੱਜ ਆਪਾਂ ਚਰਚਾ ਕਰਨੀ ਆ, ਖਬਰ ਦੀ ਖਬਰ ਲੈਣੀ। ਖਬਰ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜਾ ਜਿਹੜਾ ਮਨਾਇਆ ਗਿਆ, ਉਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਹਰ ਸਾਲ 26 ਦਸੰਬਰ ਨੂੰ ਵੀਰ ਬਾਲ ਦਿਹਾੜਾ ਮਨਾਇਆ ਜਾਊਗਾ। ਤੇ ਉਹਨਾਂ ਕਿਹਾ ਕਿ ਇਹ ਦਿਹਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋਵੇ। ਪ੍ਰਧਾਨ ਮੰਤਰੀ ਮੋਦੀ ਨੇ ਲੜੀਵਾਰ ਟਵੀਟ ਕੀਤੇ ਤੇ ਇਹ ਐਲਾਨ ਕੀਤਾ ਕਿ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਇਨਸਾਫ ਦੀ ਲੜਾਈ ਲਈ ਇਹ ਸੱਚੀ ਸ਼ਰਧਾਂਜਲੀ ਹੋਊਗੀ। ਅਗਲੇ ਟਵੀਟ 'ਚ ਉਹਨੇ ਕਿਹਾ ਕਿ ਵੀਰ ਬਾਲ ਦਿਵਸ ਉਸੇ ਦਿਨ ਮਨਾਇਆ ਜਾਵੇਗਾ ਜਦੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਕੰਧਾਂ 'ਚ ਜਿਉਂਦੇ ਚਿਣਵਾਇਆ ਗਿਆ ਸੀ ਤੇ ਸ਼ਹੀਦੀ ਹੋਈ ਸੀ। ਮੋਦੀ ਨੇ ਕਿਹਾ ਕਿ ਇਹਨਾਂ ਦੋਹਾਂ ਮਹਾਨ ਹਸਤੀਆਂ ਨੇ ਧਰਮ ਦੇ ਮਹਾਨ ਸਿਧਾਂਤਾਂ ਤੋਂ ਭਟਕਣ ਦੀ ਥਾਂ ਮੌਤ ਨੂੰ ਪ੍ਰਵਾਨ ਕੀਤਾ। ਮੋਦੀ ਨੇ ਤੀਜੇ ਟਵੀਟ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਤ ਸਮੁੱਚੇ ਪਰਿਵਾਰ ਦੀ ਬਹਾਦਰੀ ਨੂੰ ਨਮਨ ਕਰਦਿਆਂ ਕਿਹਾ ਕਿ ਮਾਤਾ ਗੁਜਰੀ ਜੀ, ਗੁਰੂ ਗੋਬਿੰਦ ਸਿੰਘ ਜੀ ਤੇ 4 ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਨੂੰ ਲੱਖਾਂ ਲੋਕਾਂ ਨੂੰ ਤਾਕਤ ਬਖਸ਼ੀ ਹੈ। ਉਹਨਾਂ ਨੇ ਕਿਹਾ ਕਿ ਕਦੇ ਅਨਿਆਂ ਦੇ ਅੱਗੇ ਸੀਸ ਨਹੀਂ ਝੁਕਾਇਆ। ਉਹਨਾਂ ਇੱਕ ਅਜਿਹੇ ਸਮਾਜ ਦਾ ਸੁਪਨਾ ਸਿਰਜਿਆ ਜਿੱਥੇ ਸਮੂਹਕ ਇਕਸੁਰਤਾ ਹੋਵੇ। ਤੇ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਾ ਕੇ ਫਿਰ ਅਮਿਤ ਸ਼ਾਹ ਨੇ ਵੀ ਕੁਛ ਇਸ ਤਰ੍ਹਾਂ ਦੇ ਟਵੀਟ ਕੀਤੇ ਕਿ ਕਮਾਲ ਹੋ ਗਈ ਜੀ। ਇਹ ਜਿਹੜਾ ਸਾਰਾ ਕੁਛ ਹੋਇਆ, ਇਹ ਕਿੰਨਾ ਸੋਹਣਾ, ਕਿੰਨਾ ਵਧੀਆ, ਕਿੰਨਾ ਪਿਆਰਾ ਜਿਹਾ ਲੱਗਦਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਦਸ਼ਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ, ਜੋ ਬੇਮਿਸਾਲ ਉਹਨਾਂ ਦੀ ਘਾਲਣਾ ਹੈ। ਜਿਵੇਂ ਉਹਨਾਂ ਨੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕੀਤੇ ਵੀ ਉਹਨੂੰ ਸਲਾਮੀ ਦਿੱਤੀ ਜਾ ਰਹੀ ਆ। ਤੇ ਹਰ ਸਾਲ ਉਹਨਾਂ ਦਾ ਜਿਹੜਾ ਦਿਹਾੜਾ ਸ਼ਹੀਦੀ ਦਾ, ਉਹਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਜਾਇਆ ਕਰੂਗਾ। ਇਹਦੇ ਮੁਤਾਲਕ ਕੱਲ ਫਿਰ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਇਸ ਵੇਲੇ ਬਾਦਲ ਦਲ ਵੱਲੋਂ ਜਥੇਦਾਰ ਨੇ, ਉਹਨਾਂ ਨੇ ਆਪਦੀ ਜਿਹੜੀ ਤਕਰੀਰ ਕੀਤੀ। ਉਹਨਾਂ ਨੇ ਕਿਹਾ ਕਿ ਬੜੀ ਵਧੀਆ ਗੱਲ ਆ ਜਿਹੜਾ ਇਹ ਐਲਾਨ ਕੀਤਾ ਗਿਆ, ਵੈਲਕਮ ਕਰਦੇ ਆ।
ਪਰ ਇਹ ਤਰੀਕਾ ਠੀਕ ਨਹੀਂ ਹੈਗਾ। ਸਾਡੀ ਰਾਏ ਜਿਹੜੀ ਸੀ ਉਹ ਸਿੱਖਾਂ ਦੀ ਲਈ ਜਾਣੀ ਜ਼ਰੂਰੀ ਸੀਗੀ, ਤਾਂ ਕਿ ਇਹ ਗੱਲ ਜਿਹੜੀ ਹੈ ਉਹ ਸਾਡੀ ਰਾਏ ਦੇ ਨਾਲ ਆਉਂਦੀ। ਤੇ ਇਹੀ ਸ਼੍ਰੋਮਣੀ ਕਮੇਟੀ ਵੱਲੋਂ ਗੱਲ ਆਈ ਆ ਵੀ ਇਹ ਜਿਹੜਾ ਫੈਸਲਾ ਕੀਤਾ ਗਿਆ ਇਹ ਤਾਂ ਚੰਗਾ, ਪਰ ਇਹ ਜਿਹੜੀ ਗੱਲ ਆ ਇਹ ਠੀਕ ਨਹੀਂ ਹੈ ਕਿ ਜਿਸ ਤਰੀਕੇ ਦਾ ਨਾਂ ਰੱਖਿਆ ਗਿਆ, ਇਹ ਨਾਂ ਜਿਹੜਾ ਹੈ ਇਹਨੂੰ ਬਦਲਣ ਦਾ ਜਿਹੜਾ ਹੈਗਾ ਲੋੜ ਹੈ। ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਆ ਹਰਜਿੰਦਰ ਸਿੰਘ ਧਾਮੀ, ਉਹਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਾਲ ਸੰਗਿਆ ਨਾਲ ਜੋੜ ਕੇ ਵੀਰ ਬਾਲ ਦਿਵਸ ਵਜੋਂ ਸੀਮਤ ਰੱਖਣਾ ਸ਼ਹਾਦਤਾਂ ਦੀ ਭਾਵਨਾ ਤੇ ਸਿੱਖ ਰਵਾਇਤਾਂ ਦੇ ਮੇਜ ਦੀ ਗੱਲ ਨਹੀਂ ਹੈ। ਤੇ ਉਹਨਾਂ ਨੇ ਕਿਹਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹ ਅਗਵਾਈ ਦੇਣ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਥਕ ਰਵਾਇਤਾਂ, ਮਾਨਤਾਵਾਂ ਤੇ ਸਿੱਖ ਸਰੋਕਾਰ ਬਹੁਤ ਵਿਲੱਖਣ ਤੇ ਲਾਸਾਨੀ ਹੋਣ ਕਰਕੇ ਇਹਨਾਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਫੈਸਲਾ ਉਹ ਅਕਾਲ ਤਖਤ ਸਾਹਿਬ ਤੋਂ ਹੋਣਾ ਚਾਹੀਦਾ। ਸੋ ਇਸ ਤਰੀਕੇ ਨਾਲ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਦਲ ਖਾਲਸਾ ਸਮੇਤ ਸਾਰਿਆਂ ਨੇ ਇਸ ਮਸਲੇ ਉੱਤੇ ਆਪੋ ਆਪਣਾ ਵਿਚਾਰ ਦਿੱਤਾ। ਪਰ ਜਿਹੜੀ ਗੱਲ ਦੀ ਇਸ ਮੌਕੇ ਸਾਨੂੰ ਚਰਚਾ ਕਰਨੀ ਬਣਦੀ ਆ ਉਹ ਇਹ ਹੈ ਕਿ ਅਸਲ ਵਿੱਚ ਇਹ ਖੇਡ ਇਉਂ ਨਹੀਂ ਹੈ ਜਿਵੇਂ ਇਹ ਸਾਨੂੰ ਲੱਗਣ ਲਾਈ ਹੋਈ ਆ। ਅਸਲ ਵਿੱਚ ਇਹ ਸਿੱਖੀ ਨੂੰ ਹੜੱਪ ਲੈਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਇੱਕ ਹੋਰ ਸਟੈਪ ਚੱਕਿਆ ਗਿਆ। ਇਦੋਂ ਪਹਿਲਾਂ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਬਾਰੇ, ਸਿੱਖ ਰਵਾਇਤਾਂ ਬਾਰੇ, ਸਿੱਖ ਫਲਸਫੇ ਬਾਰੇ, ਸਿੱਖ ਸਿਧਾਂਤਾਂ ਬਾਰੇ ਬੜੀਆਂ ਗੱਲਾਂ ਨੇ ਜਿਹੜੀਆਂ ਇਸ ਗੱਲ ਦੀ ਗਰੰਟੀ ਕਰਦੀਆਂ ਨੇ ਕਿ ਕਿਵੇਂ ਹਿੰਦੂਇਜ਼ਮ ਜਿਹੜਾ ਹੈ, ਬ੍ਰਾਹਮਣਵਾਦ ਜੋ ਹੈ, ਉਹ ਸਿੱਖੀ ਨੂੰ ਹੜੱਪਣ ਲਈ ਯਤਨਸ਼ੀਲ ਹੈ। ਕੋਈ ਬਿਰਲਾ ਹੀ ਹੋਣਾ ਜਿਹਨੂੰ ਇਹਨਾਂ ਗੱਲਾਂ ਦੀ ਸਮਝ ਨਾ ਹੋਵੇ। ਪਰ ਮੈਨੂੰ ਇਹ ਗੱਲ ਅੱਜ ਤਾਂ ਕਰਨੀ ਪੈ ਰਹੀ ਆ ਕਿ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਿਆਣੇ, ਸੂਝਵਾਨ, ਵੱਡੀਆਂ ਸ਼ਖਸੀਅਤਾਂ ਕਹਾਉਣ ਵਾਲੇ ਜਾਂ ਵੱਡੀਆਂ ਸੰਸਥਾਵਾਂ ਉੱਤੇ ਬੈਠੇ ਲੋਕ ਨੇ ਜਿਹੜੇ ਜਾਂ ਤਾਂ ਹਿੰਦੂਇਜ਼ਮ ਦੇ ਇਹਨਾਂ ਹਮਲਿਆਂ ਨੂੰ ਜੀ ਆਇਆਂ ਕਹਿਣ ਲੱਗੇ ਹੁੰਦੇ ਆ, ਜਾਂ ਫਿਰ ਉਹ ਉਲਟ ਗੱਲ ਕਰਨਗੇ ਵੀ ਜਦੋਂ ਪੰਥ ਦੇ ਹਿੱਤਾਂ ਨੂੰ ਸੱਟ ਵੱਜਦੀ ਆ ਤਾਂ ਜਿਹੜੇ ਕੌਮ ਦਾ ਦਰਦ ਰੱਖਦੇ ਨੇ, ਜਿਹੜੇ ਪਹਿਰੇਦਾਰੀ ਕਰਦੇ ਆ ਪੰਥਕ ਹਿੱਤਾਂ ਦੀ, ਉਹਨਾਂ ਤੋਂ ਬੜੇ ਔਖੇ ਹੁੰਦੇ ਆ ਵੀ ਇਹ ਮੋਦੀ ਹੁਣਾਂ ਦੇ ਜਾਂ RSS ਦੇ ਜਾਂ ਰਾਸ਼ਟਰੀ ਸਿੱਖ ਸੰਗਤ ਦੇ ਜਾਂ ਕੌਮ ਦੇ ਦੁਸ਼ਮਣਾਂ ਦੇ ਸਾਰੇ ਏਜੰਡੇ ਨੂੰ ਲੀਰੋ ਲੀਰ ਕਰਕੇ ਧਰ ਦਿੰਦੇ ਆ ਤੇ ਲੋਕਾਂ ਦੇ ਸਾਹਮਣੇ ਸੱਚੀ ਗੱਲ ਲੈ ਆਉਂਦੇ ਆ। ਉਹਨਾਂ ਨੂੰ ਇਸ ਗੱਲ ਦਾ ਤਾਂ ਘੱਟ ਹੁੰਦਾ, ਮਤਲਬ ਖੁਸ਼ੀ ਤਾਂ ਇਸ ਗੱਲ ਦੀ ਹੋਣੀ ਚਾਹੀਦੀ ਆ ਕਿ ਸਾਡੀ ਕੌਮ ਕੋਲੇ ਇਹੋ ਜਿਹੇ ਸੂਝਵਾਨ, ਦਲੇਰ ਤੇ ਬੁੱਧੀਮਾਨ ਲੋਕ ਹੈਗੇ ਆ ਜਿਹੜੇ ਅੱਜ ਵੀ ਦੁਸ਼ਮਣ ਦੀ ਅਸਲ ਭਾਵਨਾ ਨੂੰ ਸਾਡੇ ਸਾਹਮਣੇ ਲਿਆ ਕੇ ਸੱਚੀ ਗੱਲ ਲੈ ਆਉਂਦੇ ਆ। ਤੇ ਅਸੀਂ ਉਸ ਟਰੈਪ ਦੇ ਜਿੰਨਾ ਕੁ ਅਸੀਂ ਬਚ ਸਕੀਏ ਸਾਨੂੰ ਬਚਣਾ ਚਾਹੀਦਾ। ਸਾਡੀ ਕੌਮ ਦੇ ਵਿੱਚ ਇਸ ਤਰ੍ਹਾਂ ਦੇ ਜੇ ਬੰਦੇ ਹੈਗੇ ਆ ਤਾਂ ਚੰਗੀ ਗੱਲ ਆ, ਪਰ ਉਲਟਾ ਉਹਨਾਂ ਨੂੰ ਖੁਸ਼ੀ ਨਹੀਂ ਹੁੰਦੀ, ਤਕਲੀਫ ਹੁੰਦੀ ਆ ਕਿ ਇਹ ਹਰ ਗੱਲ ਦਾ ਵਿਰੋਧ ਕਰਨ ਲੱਗ ਪੈਂਦੇ ਆ। ਦੇਖੋ ਜੀ, ਮੋਦੀ ਹੁਣੀ ਤਾਂ ਕਿੰਨੇ ਵਧੀਆ ਨੇ, RSS ਕਿੰਨੀ ਚੰਗੀਆਂ ਗੱਲਾਂ ਕਰਦੀ ਆ, ਇਹ ਮਾੜੀਆਂ ਗੱਲਾਂ ਉਹਨਾਂ ਚੰਗੀਆਂ ਨੂੰ ਵੀ ਮਾੜੀਆਂ ਬਣਾ ਕੇ ਪੇਸ਼ ਕਰਦੇ ਆ। ਏਦਾਂ ਦੀਆਂ ਮਤਲਬ ਗੱਲਾਂ ਨੇ। ਕਹਿੰਦੇ ਆ ਵੀ ਜਦੋਂ ਨਸਲਕੁਸ਼ੀ ਹੋਈ ਆ ਨਾ ਯਹੂਦੀਆਂ ਦੀ, ਤੇ ਉਦੋਂ ਬਹੁਤ ਸਾਰੇ ਲੋਕ ਬਾਅਦ ਵਿੱਚ ਜਾ ਕੇ ਬਚੇ ਖੁਚੇ ਯਹੂਦੀਆਂ ਨੂੰ ਮਿਲੇ ਕਿ ਇੱਕ ਰਾਤ ਵਿੱਚ ਤਾਂ ਇਹ ਪਲਾਨ ਬਣਿਆ ਨਹੀਂ ਹੋਣਾ, ਇੱਕ ਰਾਤ ਵਿੱਚ ਤਾਂ ਤੁਹਾਡਾ ਐਡਾ ਜਿਹੜਾ ਹੋਇਆ ਘਾਣ ਇਹ ਨਹੀਂ ਹੋਇਆ ਹੋਣਾ। ਤੁਹਾਨੂੰ ਇਸ ਗੱਲ ਦਾ ਕਦੇ ਪਹਿਲਾਂ ਵੀ ਤਾਂ ਅਹਿਸਾਸ ਹੋਇਆ ਹੋਣਾ ਤੇ ਤੁਸੀਂ ਬਚਾਅ ਦੇ ਸਾਧਨ ਨਹੀਂ ਸੋਚੇ। ਤੇ ਕਹਿੰਦੇ ਵੀ ਜਿਹੜੇ ਬਚੇ ਖੁਚੇ ਯਹੂਦੀ ਸੀ ਉਹਨਾਂ ਬਹੁਤਿਆਂ ਦੀ ਰਾਏ, ਬਹੁਤਿਆਂ ਦੀ ਗੱਲ ਇਹੀ ਸੀ ਕਿ ਅਸੀਂ ਤਿਆਰੀ ਕਰਾਉਣ ਵਾਲੇ ਪਾਸੇ ਜਦੋਂ ਵੀ ਤੁਰਦੇ ਸੀ ਤਾਂ ਸਾਡੀ ਕੌਮ ਦੇ ਵਿੱਚ, ਸਾਡੇ ਯਹੂਦੀਆਂ ਦੇ ਵਿੱਚ ਸਾਨੂੰ ਮੱਤਾਂ ਦੇਣ ਵਾਲੇ ਜਿਹੜੇ ਸੀ ਬੜੇ ਸੀ, ਉਹਨਾਂ ਨੇ ਕਿਆ ਕਰਨਾ, ਉਹ ਕੁਛ ਨਹੀਂ ਹੁੰਦਾ ਹੈਗਾ, ਇਹ ਐਵੇਂ ਰੌਲਾ ਪਾਈ ਜਾਂਦੇ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਐਵੇਂ ਰੌਲਾ ਪਾਈ ਜਾਂਦੇ ਆ। ਇਹੀ ਮੁਹਾਰਨੀ ਸਾਡੇ ਸਿੱਖਾਂ 'ਚ ਵੀ ਪੜ੍ਹਨ ਵਾਲੇ ਬਥੇਰੇ ਨੇ। ਨਾ ਤਾਂ ਉਹ ਆਪ ਇੰਨੇ ਜੋਗੇ ਨੇ ਕਿ RSS ਦੇ ਹਿੰਦੂਤਵ ਦੇ ਏਜੰਡੇ ਨੂੰ ਸਮਝ ਸਕਣ, ਸਮਝਣ ਜੋਗੇ ਵੀ ਹੈ ਨਹੀਂ। ਨਾ ਉਹ ਇੰਨੇ ਜੋਗੇ ਨੇ ਕਿ ਜੇ ਸਮਝ ਆ ਜਾਵੇ ਤਾਂ ਮੂਹਰੇ ਆਕੜ ਕੇ ਖੜ ਸਕਣ ਦੁਸ਼ਮਣ ਦੇ। ਨਾ ਉਹਨਾਂ ਦੇ ਏਜੰਡੇ 'ਚ ਆਏ ਚੀਜ਼ ਕਿ ਜੇ ਸਾਨੂੰ ਸਮਝ ਆ ਗਈ ਸਾਨੂੰ ਸਮਝਾ ਦਿਓ,
ਵੀ ਵਾਕਿਆ ਹੀ ਦੁਸ਼ਮਣ ਜਿਹੜਾ ਹੈ ਉਹ ਇਹ ਚਾਲ ਚੱਲ ਰਿਹਾ। ਨਾ ਉਹਨਾਂ 'ਚ ਇਹ ਆ ਵੀ ਜੇ ਸਾਨੂੰ ਸਮਝ ਆ ਗਈ, ਸਾਨੂੰ ਸਮਝਾ ਲਿਆ ਗਿਆ, ਫਿਰ ਅਸੀਂ ਕੌਮ ਲਈ ਸਿਰ ਤਲੀ ਤੇ ਧਰ ਕੇ ਲੜਨ ਜੋਗੇ ਆ। ਨਾ ਉਹ ਕਿਸੇ ਗਿਣਤੀ 'ਚ ਨੇ, ਨਾ ਕਿਸੇ ਗੱਲ 'ਚ ਨੇ, ਪਰ ਉਹਨਾਂ ਕੋਲੇ ਇੱਕ ਨਕਤੀ ਪ੍ਰੋਗਰਾਮ ਜ਼ਰੂਰ ਆ ਕਿ RSS ਘੈਂਟ ਆ, RSS ਕੁਛ ਨਹੀਂ ਸਿੱਖਾਂ ਦਾ ਵਿਗਾੜਦੀ। ਇਹ ਜਿਹੜੇ ਪੰਥ ਦੇ ਪਹਿਰੇਦਾਰ ਬਣੇ ਫਿਰਦੇ ਆ, ਇਹ ਬਹੁਤ ਮਾੜੇ ਆ ਜੀ। ਇਹ ਤਾਂ ਹਿੰਦੂ ਸਿੱਖ ਏਕਤਾ ਨਹੀਂ ਹੋਣ ਦਿੰਦੇ। ਹਿੰਦੂ ਸਿੱਖ ਏਕਤਾ ਜਿਹੜੀ ਆ ਜੀ ਉਹ ਹੋਣ ਨਹੀਂ ਦੇ ਰਿਹਾ। ਦੇਖੋ ਜੀ RSS ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੀ। ਫਿਰ ਉਹ ਜੋ ਗੱਲਾਂ ਗਣਾਉਣ ਬਹਿੰਦੇ ਆ, ਉਦੋਂ ਫਿਰ ਯਹੂਦੀ ਚੇਤੇ ਆਉਂਦੇ ਆ ਜਿਹੜੇ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਕੀ ਬਚਣ ਦਾ ਰਾਹ ਲੱਭਣਾ ਸੀ, ਸਾਡੀ ਕੌਮ ਦੇ ਘੜੰਬ ਚੌਧਰੀਆਂ ਨੇ ਸਾਨੂੰ ਕੁਝ ਕਰਨ ਹੀ ਨਹੀਂ ਦਿੱਤਾ। ਅਸੀਂ ਬਚਾ ਤਾਂ ਸੋਚਦੇ ਜੇਕਰ ਸਾਨੂੰ ਸੋਚਣ ਦਿੱਤਾ ਜਾਂਦਾ। ਇਸ ਵੇਲੇ ਸੁੱਖ ਨਾਲ ਸਾਡੀ ਕੌਮ ਦੇ ਵਿੱਚ ਇਹੋ ਜਿਹੇ ਹਰ, ਜਿਵੇਂ ਅੱਗੇ ਕਹਿੰਦੇ ਹੁੰਦੇ ਆ ਨਾ ਵੀ ਹਰ ਸ਼ਾਖ ਤੇ ਉੱਲੂ ਬੈਠਾ ਹੈ, ਅੱਜ ਸਾਡੀ ਕੌਮ ਦਾ ਬਹੁਤੀਆਂ ਸੰਸਥਾਵਾਂ ਦਾ ਹਾਲ ਇਹ ਹੋਇਆ ਹੈ। ਹੁਣ ਸ਼ੁਕਰ ਮੈਂ ਕਰਦਾ ਅੱਜ ਵੀ ਕਿ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂ ਸ਼੍ਰੋਮਣੀ ਕਮੇਟੀ ਦੇ ਹੋਰ ਅਹੁਦੇਦਾਰਾਂ ਨੇ, ਹੋਰ ਸਿੱਖ ਸੰਸਥਾਵਾਂ ਨੇ ਜਿੰਨਾ ਕੁ ਵਿਰੋਧ ਕੀਤਾ, ਸ਼ੁਕਰ ਆ ਵੀ ਇੰਨਾ ਕੁ ਤਾਂ ਕੀਤਾ। ਕਿਉਂਕਿ ਜਿਸ ਤਰੀਕੇ ਨਾਲ ਪਿਛਲੇ 15-20 ਸਾਲਾਂ 30 ਸਾਲਾਂ 'ਚ ਜਦੋਂ ਤੋਂ ਅਕਾਲੀ ਭਾਜਪਾ ਗੱਠਜੋੜ ਚੱਲਿਆ, ਜਿਸ ਤਰੀਕੇ ਨਾਲ ਸਿੱਖੀ ਵਿੱਚ ਹਿੰਦੂ ਤਵੀਆਂ ਦੀ ਘੁਸਪੈਠ ਵਧੀ ਹੈ, ਜਿਸ ਤਰੀਕੇ ਨਾਲ ਹਿੰਦੂ ਤਵਾ ਦੇ ਏਜੰਡੇ ਨੂੰ ਸਿੱਖਾਂ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ, ਬਹੁਤ ਵੱਡੇ ਪੱਧਰ ਤੇ ਡੈਂਟ ਪਿਆ ਹੋਇਆ। ਤੇ ਉਹ ਬੜੇ ਵੱਡੇ ਪੱਧਰ ਤੇ ਲੋਕ ਜਿਹੜੇ ਆ ਇਸ ਵੇਲੇ ਸਿੱਖਾਂ ਦੇ ਵਿੱਚ ਇਹੋ ਜਿਹੇ ਹੈਗੇ ਆ ਜਿਹੜੇ ਉਡੀਕ ਰਹੇ ਹੁੰਦੇ, ਉਹਨਾਂ ਨੂੰ ਕਹਿਣਾ ਨਹੀਂ ਪੈਂਦਾ, ਜਿਹੜੇ ਉਡੀਕ ਰਹੇ ਹੁੰਦੇ ਆ ਕਿ ਕਦੋਂ ਅਸੀਂ ਆਪਦੇ ਮਾਲਕਾਂ ਨੂੰ RSS ਨੂੰ ਖੁਸ਼ ਕਰਨ। RSS ਦਾ ਏਜੰਟ ਬਣਨ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਸੰਸਥਾ ਨੂੰ ਜੁਆਇਨ ਕਰੋ ਤੇ ਸੰਸਥਾ 'ਚ ਦਾਖਲਾ ਲੈ ਕੇ ਪਹਿਲਾਂ ਸਾਰੀ ਗੱਲ ਸਮਝੋ ਸਿੱਖੋ ਤੇ ਫਿਰ ਕੋਈ ਸਿੱਖੀ ਦਾ ਨੁਕਸਾਨ ਕਰਨਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। RSS ਦਾ ਮੈਂਬਰ ਬਣਨ ਲਈ ਇਹ ਆ ਵੀ ਜਿਹੜੇ ਵੀ ਉਹ ਸਿੱਖੀ ਉੱਤੇ ਅਟੈਕ ਕਰਨ, ਸਿੱਖਾਂ ਉੱਤੇ ਹਮਲਾ ਕਰਨ, ਉਹਦੀ ਐਡਵੋਕੇਸੀ ਕਰੋ, ਉਹਦੇ ਹੱਕ ਵਿੱਚ ਬੋਲੋ। ਤੇ ਜਿਹੜੇ ਸਿੱਖ ਉਸ ਕਰਤੂਤ ਦਾ ਵਿਰੋਧ ਕਰਨ, ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਭੰਡੀ ਪ੍ਰਚਾਰ ਕਰੋ। RSS ਦੇ ਏਜੰਟ ਬਣ ਗਏ ਫਿਰ ਆਪਾਂ। ਤੋ ਇਸ ਤਰੀਕੇ ਦੇ ਬਹੁਤ ਵੱਡੇ ਪੱਧਰ ਤੇ ਉੱਤੇ ਲੋਕ ਜਿਹੜੇ ਆ ਉਹ ਅਕਾਲੀ ਭਾਜਪਾ ਗੱਠਜੋੜ ਮੌਕੇ RSS ਦੇ ਧੱਕੇ ਚੜੇ ਹੋਏ ਨੇ। ਬੜੀਆਂ ਬੀਬੀਆਂ ਪੱਗਾਂ ਬੰਨ੍ਹਦੇ ਆ, ਕਈ ਗਾਤਰੇ ਕਿਰਪਾਨਾਂ ਵਾਲੇ ਵੀ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਆਪਦੀ ਕੌਮ ਦਾ ਘਾਣ ਕਰਨ ਵਾਲੀ ਬਿਰਤੀ ਅਪਣਾ ਚੁੱਕੇ ਆ। ਗੱਲ ਤਾਂ ਫਿਤਰਤ ਦੀ ਹੁੰਦੀ ਹੈ। ਇੱਕ ਫਿਤਰਤ ਹੈ ਜਿਹੜੀ ਸਾਨੂੰ ਕੌਮ ਦੇ ਹੱਕ ਵਿੱਚ ਭੁਗਤਣ ਲਈ ਹਰ ਵੇਲੇ ਤਿਆਰ ਰੱਖਦੀ। ਇੱਕ ਫਿਤਰਤ ਹੈ ਜਿਹੜੀ ਕੌਮ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤਣ ਲਈ ਤਿਆਰ ਕਰਦੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਕਾਲ ਦਾ ਸਾਰਾ ਇਤਿਹਾਸ ਹੈ, ਉਹਦੇ ਵਿੱਚ ਸੈਂਕੜੇ ਇਹੋ ਜਿਹੇ ਲੋਕ ਤੁਹਾਨੂੰ ਦਿਖ ਪੈਣਗੇ। ਇੱਥੋਂ ਤੱਕ ਕਿ ਗੁਰੂ ਪਰਿਵਾਰਾਂ 'ਚ ਪੈਦਾ ਹੋਏ ਬੰਦੇ ਵੀ ਤੁਹਾਨੂੰ ਦਿਖ ਪੈਣਗੇ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਪੁੱਤਰੀ ਕੌਲ ਨਾ ਪਾਲਿਓ ਵੀ ਆਉਂਦਾ। ਔਰ ਭਾਈ ਗੁਰਦਾਸ ਦੀਆਂ 12 ਤੋਂ ਬਗੈਰ ਗੁਰੂ ਸਾਹਿਬਾਨ ਨੇ ਵੀ ਇਸ ਗੱਲ ਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀ ਉਹ ਗੱਲ ਸਾਨੂੰ ਸਮਝਣ ਨੂੰ ਮਿਲ ਜਾਂਦੀ। ਸੋ ਜਿਹੜਾ ਇਹ ਫਿਤਰਤ ਆ, ਇਹਨੇ ਗੁਰੂ ਦੀ ਬਜਾਏ, ਗੁਰੂ ਦੇ ਸਿਧਾਂਤ ਦੀ ਬਜਾਏ ਸਿੱਖੀ ਦੇ ਉਲਟ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਹੱਕ ਵਿੱਚ ਖੜਨਾ। ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸ਼ਮੇਸ਼ ਪਾਤਸ਼ਾਹ ਦੇ ਇਤਿਹਾਸ ਵਿੱਚ ਬੜੇ ਇਹੋ ਜਿਹੇ ਪਾਤਰ। ਫਿਰ ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਅਗਲਾ ਜਿਹੜਾ ਦੌਰ ਆਉਂਦਾ ਮਿਸਲਾਂ ਵਾਲਾ 18ਵੀਂ ਸਦੀ ਵਾਲਾ, ਉਦੋਂ ਵੀ ਬੜੇ ਇਹੋ ਜਿਹੇ ਪਾਤਰ ਹੋਣਗੇ, ਹੈਗੇ ਆ, ਜਿਹੜੇ ਜਦੋਂ ਸਿੱਖ ਜਿਹੜੇ ਸੀ ਉਹ ਸਿਰ ਤਲੀ ਤੇ ਧਰ ਕੇ ਲੜ ਰਹੇ ਸੀ ਪੰਥ ਲਈ, ਪੰਜਾਬ ਲਈ, ਆਜ਼ਾਦੀ ਲਈ, ਅਣਖ ਲਈ, ਗੈਰਤ ਲਈ, ਸਿੱਖ ਸਿਧਾਂਤਾਂ ਲਈ ਲੜ ਰਹੇ ਸੀ। ਉਹਨਾਂ ਵੇਲਿਆਂ ਦੇ ਵਿੱਚ ਬੜੇ ਇਹੋ ਜਿਹੇ ਲੋਕ ਸੀ ਜਿਨ੍ਹਾਂ ਦੀ ਫਿਤਰਤ ਸੀ ਕਿ ਆਪਾਂ ਤਾਂ ਪੰਜਾਬ ਦੇ ਪੰਥ ਦੇ ਦੁਸ਼ਮਣਾਂ ਦੇ ਹੱਕ 'ਚ ਖੜਨਾ। ਫਿਰ ਜਦੋਂ 6 ਰਿਆਸਤਾਂ ਕਾਇਮ ਹੋ ਗਈਆਂ, ਸਿੱਖ ਰਾਜ ਭਾਗ ਦੇ ਮਾਲਕ ਬਣ ਗਏ, ਉਦੋਂ ਵੀ ਉਹਨਾਂ ਨੂੰ ਚਾਹੇ ਡੋਗਰੇ ਕਹਿ ਲਓ, ਚਾਹੇ ਕੁਝ ਹੋਰ ਕਹਿ ਲਓ, ਉਦੋਂ ਵੀ ਇਹ ਫਿਤਰਤ ਜਿਹੜੀ ਸੀ ਉਹ ਚੱਲੀ ਤੇ ਉਸ ਫਿਤਰਤ ਨੇ ਸਿੱਖ ਰਿਆਸਤਾਂ ਦਾ ਭੋਗ ਪਾ ਕੇ ਹੀ ਦਮ ਲਿਆ। ਇਹ ਫਿਤਰਤ ਵੀ ਸਿੱਖੀ ਦੇ ਖਿਲਾਫ ਹੀ ਭੁਗਤਣਾ,
ਇਹ ਫਿਰ ਅੰਗਰੇਜ਼ਾਂ ਵੇਲੇ ਵੀ ਸੀ। ਬੜੇ ਇਹੋ ਜਿਹੇ ਲੋਕ ਸੀ ਜਿਹੜੇ ਜਦੋਂ ਵੀ ਸਿੱਖ ਆਪਦੇ ਧਰਮ ਉੱਤੇ ਹੋਣ ਵਾਲੇ ਹਮਲਿਆਂ ਦੇ ਖਿਲਾਫ ਕੋਈ ਸਰਗਰਮੀ ਕਰਾਉਣੀ ਚਾਹੁੰਦੇ ਹੁੰਦੇ ਸੀ, ਉਸ ਮੌਕੇ ਉਹ ਉਸ ਦੁਸ਼ਮਣ ਦੇ ਹਮਲੇ ਨੂੰ ਜਾਇਜ਼ ਠਹਿਰਾਉਣ 'ਚ ਲੱਗੇ ਹੁੰਦੇ ਸੀ ਵੀ ਨਹੀਂ ਜੀ ਸਿੱਖ ਹੀ ਗਲਤ ਨੇ। 1947 ਤੋਂ ਬਾਅਦ ਇਹੋ ਜਿਹੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਇੱਕ ਜਿਵੇਂ ਬਿਮਾਰੀ ਫੈਲ ਗਈ, ਵਾਇਰਸ ਆ। ਸੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਇੱਕ ਬੜੀ ਵੱਡੀ ਲਿਸਟ ਬਣ ਸਕਦੀ ਆ ਕਿ ਆਹ ਉਹ ਲੋਕ ਨੇ ਜਿਨ੍ਹਾਂ ਨੇ ਸਦਾ ਹੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤ ਕੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦਾ ਪੱਖ ਪੂਰਿਆ ਤੇ ਹਮੇਸ਼ਾ ਸਿੱਖਾਂ ਨੂੰ ਗਲਤ ਠਹਿਰਾਇਆ ਤੇ ਦੁਸ਼ਮਣ ਨੂੰ ਠੀਕ ਠਹਿਰਾਇਆ। ਇਹ ਜਿਹੜੀ ਧਿਰ ਵਾ, ਇਹੀ ਧਿਰ ਇਸ ਵੇਲੇ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ ਕਿ ਸਿੱਖਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ ਜੀ। ਨਰਿੰਦਰ ਮੋਦੀ ਨੇ ਤਾਂ ਕਮਾਲ ਕਰਤੀ ਜਿਹੜਾ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਕੀਤਾ। ਹੁਣ ਸਾਡੀ ਕੌਮ ਦਾ ਫੈਸਲਾ ਹੈ, ਅਸੀਂ ਆਪ ਕਰਾਂਗੇ ਕਿ ਅਸੀਂ ਕਿਹਨੂੰ ਕੀ ਆਖਣਾ। ਮੈਂ ਸੌਖਾ ਕਰਦਾ ਗੱਲ ਨੂੰ ਕਿ ਮੰਨ ਲਓ ਕੱਲ ਨੂੰ ਖਾਲਿਸਤਾਨ ਬਣ ਜਾਂਦਾ, ਖਾਲਿਸਤਾਨ ਦੇ ਵਿੱਚ ਸਾਡੇ ਜੋ ਵੀ ਹਾਕਮ, ਸਾਡੇ ਹੁਕਮਰਾਨ ਖਾਲਿਸਤਾਨ ਦੇ ਜਿਹੜੇ ਹੋਣਗੇ, ਉਹ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਉਹ ਹਿੰਦੂਆਂ ਦੇ ਦੇਵੀ ਦੇਵਤਿਆਂ ਬਾਰੇ, ਰਾਮਚੰਦਰ ਜਾਂ ਕ੍ਰਿਸ਼ਨ ਬਾਰੇ ਕੋਈ ਫੈਸਲਾ ਕਰਨ ਵੀ ਆ ਜੀ ਆਹ ਆ ਜੀ, ਤਾਂ ਹਿੰਦੂ ਭਾਈਚਾਰਾ ਕਹੂਗਾ ਕਿ ਜੀ ਤੁਸੀਂ ਜਾਣਦੇ ਨਹੀਂ, ਸਾਡੇ ਧਰਮ ਦੇ ਹਿਸਾਬ ਨਾਲ ਸਾਨੂੰ ਆਹ ਗੱਲ ਇਉਂ ਨਹੀਂ ਪੁੱਗਦੀ, ਸਾਨੂੰ ਐਂ ਚਾਹੀਦੀ। ਹਿੰਦੂਆਂ ਨੂੰ ਪੁੱਛਤਾ ਲੈਣਾ ਸੀ ਤੁਸੀਂ, ਇਹ ਗੱਲ ਕਹਿਣੀ ਸੀ। ਤੇ ਸਾਰੇ ਹਿੰਦੂ ਭਾਈਚਾਰੇ ਨੇ ਕਹਿਣਾ ਹੈ ਕਿ ਬਿਲਕੁਲ ਇਹ ਗੱਲ ਠੀਕ ਕਹੀ ਜਾ ਰਹੀ ਆ, ਪਹਿਲੋਂ ਸਾਨੂੰ ਪੁੱਛਿਆ ਕਰੋ। ਪਰ ਧੰਨਾ ਸਿੱਖ ਕੌਮ ਜਿਹਦੇ ਕੋਲੇ ਇਹੋ ਜਿਹੇ ਬੰਦੇ ਆ ਜਿਹੜੇ ਕਹਿੰਦੇ ਜੀ ਫੇਰ ਕੀ ਹੋਗਾ, ਜਿਹੜਾ ਹੋਇਆ ਜੀ ਵਧੀਆ ਹੋਇਆ, ਚੱਕ ਦੋ ਫੱਟੇ ਬਸ। ਹੁਣ ਉਹਨਾਂ ਨੂੰ ਜੇ ਦੱਸੀਏ, ਪੁੱਛੀਏ ਵੀ ਇਹ ਇੱਕ ਕਹਾਣੀ ਆ ਜਿਹਦੇ ਪਿੱਛੇ ਤੁਸੀਂ ਸਮਝੋ ਕਿ ਇੱਕ ਵੀਰ ਸਾਵਰਕਰ ਕਹਿੰਦੇ ਆ ਜੀ, ਇਹ RSS ਵਾਲੇ ਸਾਡਾ ਉਹ ਡਰਪੋਕ ਜਿਹਾ ਬੰਦਾ ਜਿਹਦੇ ਇਤਿਹਾਸ ਦੇ ਬਾਰੇ ਸਭ ਨੂੰ ਪਤਾ ਕਿ ਕਿਵੇਂ ਅੰਗਰੇਜ਼ਾਂ ਤੋਂ ਮਾਫੀ ਮੰਗ ਕੇ ਜਾਨ ਬਚਾਉਣ ਦੇ ਮਾਰਿਆ ਉਹ ਚੱਲਿਆ, ਉਹਨੂੰ ਕਹਿੰਦੇ ਆ ਵੀਰ ਸਾਵਰਕਰ। ਜਦੋਂ ਇਹ ਕਹਿੰਦੇ ਆ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬਰਾਗੀ, ਇਹ ਵੀਰ ਸਾਵਰਕਰ ਦੇ ਬਰਾਬਰ ਉਹਨੂੰ ਲਿਖਦੇ ਆ। ਉਹਨੂੰ ਵੱਡਾ ਨਹੀਂ ਕਰ ਰਿਹਾ ਹੈ ਵੀਰ ਬਰਾਗੀ ਕਹਿ ਕੇ, ਉਹਨੂੰ ਛੋਟਾ ਕਰ ਰਹੇ ਆ ਵੀ ਆ ਜਿਹੜਾ ਭਗੌੜਾ ਜਿਹਾ ਸਾਡਾ ਵੀਰ ਸਾਵਰਕਰ ਸੀ ਨਾ, ਉਹਦੇ ਖਾਣ ਦਾ ਬੰਦਾ ਸਿੰਘ ਬਹਾਦਰ, ਤੇ ਉਵੇਂ ਦਾ ਹੀ ਵੀਰ ਸ਼ਬਦ ਲਿਆ ਕੇ ਵੀਰ ਸਾਵਰਕਰ ਵਰਗਾ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਬੇਮਿਸਾਲ ਦ੍ਰਿੜਤਾ ਤੇ ਸ਼ਹਾਦਤ ਦੇ ਸਾਹਮਣੇ ਦੁਨੀਆ ਝੁਕਦੀ ਹੈ। ਬੇਮਿਸਾਲ ਸ਼ਹਾਦਤ ਹੈ, ਇੰਨੀ ਘੱਟ ਉਮਰ ਦੇ ਵਿੱਚ ਸਿਦਕ ਉੱਤੇ ਪਹਿਰਾ ਦੇਣਾ, ਧਰਮ ਹੇਤ ਸੀਸ ਵਾਰ ਜਾਣਾ, ਇਹ ਛੋਟੀ ਜਿਹੀ ਗੱਲ ਥੋੜੀ ਹੈ। ਤੇ ਇਸ ਗੱਲ ਨੂੰ ਇੰਨਾ ਛੁਟਿਆਉਣਾ, ਇਹ ਛੁਟਿਆਇਆ ਜਾ ਰਿਹਾ ਤੇ ਸਾਡੇ ਬੰਦੇ ਕਹਿੰਦੇ ਕਮਾਲ ਹੋ ਗਈ। ਜਿਹੜੇ RSS ਵਾਲੇ ਆ, ਇਹਨਾਂ ਨੇ ਬੜੇ ਕੈਲੰਡਰ, ਬੜੇ ਪੋਸਟਰ, ਬੜਾ ਕੁਝ ਛਾਪਿਆ ਪਿਛਲੇ ਸਮੇਂ 'ਚ। ਇੱਕ ਕੈਲੰਡਰ ਸੀਗਾ ਜਿਹਦੇ ਵਿੱਚ ਜਿਹੜੀ ਕਾਲਪਨਿਕ ਫੋਟੋ ਆ ਨਾ, ਪੇਂਟਿੰਗ ਗੁਰੂ ਨਾਨਕ ਪਾਤਸ਼ਾਹ ਦੀ, ਉਹ ਇੰਦਰਾ ਗਾਂਧੀ ਤੇ ਆ ਜਿਹੜਾ ਦੂਜਾ ਮਹਾਤਮਾ ਗਾਂਧੀ, ਇਹਨਾਂ ਦੇ ਵਿਚਾਲੇ ਲਾਈ ਹੋਈ ਆ ਗੁਰੂ ਨਾਨਕ ਪਾਤਸ਼ਾਹ ਦੀ, ਆ ਮੇਰੇ ਸਾਹਮਣੇ ਆ। ਹੁਣ ਜੇਕਰ ਕੋਈ ਕਵੇ ਵੀ ਇੰਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਹੋਵੇ ਤੇ ਮਹਾਤਮਾ ਗਾਂਧੀ ਭਾਰਤ ਦਾ ਰਾਸ਼ਟਰਪਿਤਾ ਹੋਵੇ, ਉਹਦੇ ਵਿਚਾਲੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਲਾ ਕੇ ਕਿੱਡਾ ਮਹਾਨ ਬਣਾਦਾ ਗੁਰੂ ਨਾਨਕ ਪਾਤਸ਼ਾਹ ਨੂੰ। ਉਹਦੇ ਆਪਾਂ ਜੁੱਤੀਆਂ ਮਾਰ ਜਾਵਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਮਥਾਜ ਨੇ। ਇੱਕ ਬਾਬਾ ਅਕਾਲ ਰੂਪ, ਗੁਰੂ ਨਾਨਕ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਨੇ। ਇੱਕ ਹੋਰ ਪੋਸਟਰ ਬਣਾਇਆ ਇਹਨਾਂ ਨੇ ਜਿਹਦੇ ਵਿੱਚ ਰਾਮਚੰਦਰ ਅਤੇ ਕ੍ਰਿਸ਼ਨ, ਉਹ ਦੋਨੇ ਹੱਥ ਜੇ ਆ, ਉਹ ਚ ਰੋਸ਼ਨੀ ਜੀ ਨਿਕਲ ਕੇ ਪੈਂਦੀ ਆ, ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਪੈਂਦੀ ਦਿਖਾਈ ਹੈ। ਮਤਲਬ ਉਹਦਾ ਇਹ ਆ ਕਿ ਰਾਮਚੰਦਰ ਤੇ ਕ੍ਰਿਸ਼ਨ ਦੀ ਦਿੱਤੀ ਹੋਈ ਜਿਹੜੀ ਸ਼ਕਤੀ ਆ, ਉਹ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਮਾਣੀ ਹੈ। ਉਹ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਤਰੀਕੇ ਨਾਲ ਛੋਟਾ ਦਿਖਾ ਕੇ, ਰਾਮਚੰਦਰ ਤੇ ਕ੍ਰਿਸ਼ਨ ਨੂੰ ਵੱਡਾ ਦਿਖਾ ਕੇ ਇਹ ਕਿਹਾ ਕੀ ਜਾ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ 'ਚ ਕੁਛ ਨਹੀਂ ਸੀ, ਜੋ ਕੁਛ ਉਹ ਸੀ ਉਹ ਰਾਮਚੰਦਰ ਤੇ ਕ੍ਰਿਸ਼ਨ ਦੀ ਬਦੌਲਤ ਸੀ, ਉਹ ਰਾਮਚੰਦਰ ਤੇ ਕ੍ਰਿਸ਼ਨ ਦੇ ਮੁਹਤਾਜ ਸੀ। ਤੇ ਇਸ ਪੋਸਟਰ ਨੂੰ ਦੇਖ ਕੇ ਜੇ ਕੋਈ ਕਮਲ ਕੁੱਟੇ
कि देखो जी रामचंद्र ते कृष्ण के बराबर लाता गुरु नानक पातशाह ने, होर दसो सिखो तुहानूं की चाहिए, तां फिर जुत्तियां नहीं पैनी चाहिए ਉਹਦੇ। एक होर पोस्टर छापिया ਜਿਹਦੇ ਵਿੱਚ ਜਿਹੜਾ ਹਿੰਦੂਆਂ ਦਾ ਓਮਕਾਰ ਆ, ਆਪਣਾ ਇੱਕ ਓਮਕਾਰ ਆ ਸਿੱਖ ਜਗਤ ਦਾ, ਹਿੰਦੂਆਂ ਦੇ ਉਸ ਓਮਕਾਰ ਦੇ ਵਿੱਚੋਂ ਰੋਸ਼ਨੀ ਜੀ ਨਿਕਲਦੀ ਆ ਤੇ 10 ਗੁਰੂ ਸਾਹਿਬਾਨ ਦੇ ਉੱਤੇ ਪੈਂਦੀ ਆ। ਮੇਰੇ ਸਾਹਮਣੇ ਆ ਪੋਸਟਰ। ਉਹਦਾ ਮਤਲਬ ਇਹ ਹੈਗਾ ਕਿ ਹਿੰਦੂ ਜਿਹੜਾ ਹੈ ਉਹ ਇਹ ਕਹਿ ਰਿਹਾ ਕਿ ਸਾਡਾ ਜਿਹੜਾ ਓਮਕਾਰ ਹੈ, ਸਾਡੇ ਧਰਮ ਦਾ ਜਿਹੜਾ ਸਿੰਬਲ ਹੈ, ਬਿੰਬ ਹੈ, ਇਹਦੇ ਤੋਂ ਰੋਸ਼ਨੀ ਲੈ ਕੇ ਸਿੱਖ ਧਰਮ ਦੇ ਸਾਰੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਚਲਾਇਆ। ਇਵੇਂ ਹੀ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਇੱਕ ਪੋਸਟਰ ਬਣਾਇਆ ਗਿਆ ਹੈ ਜਿਹਦੇ ਵਿੱਚ ਰਾਮਚੰਦਰ ਏਦਾਂ ਉਹਦੇ ਹੱਥ ਚੋਂ ਰੋਸ਼ਨੀ ਜੀ ਨਿਕਲ ਕੇ ਪੈ ਰਹੀ ਹੈ, ਇੱਕ ਚ ਗੁਰੂ ਨਾਨਕ ਪਾਤਸ਼ਾਹ ਨਾਲ ਲਾਏ ਹੋਏ ਨੇ, ਇੱਕ ਓਂਕਾਰ ਵੀ ਲਾਇਆ, ਪਰ ਰਾਮਚੰਦਰ ਲਾਇਆ ਹੈ। ਹੁਣ ਆਪਾਂ ਨੂੰ ਯਾਦ ਹੋਣਾ ਹੈ ਕਿ ਜਦੋਂ ਲਾਲੇ ਜਗਤ ਨਾਰਾਇਣ ਦੀ ਇੱਕ ਫੋਟੋ ਅਖਬਾਰ ਦੇ ਉੱਤੇ ਛਪੀ, ਜਿਹਦੇ ਵਿੱਚ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਕਾਲਪਨਿਕ ਚਿੱਤਰ ਸੀ, ਉਸ ਗੱਲ ਨੇ ਕਿੰਨਾ ਕਲੇਸ਼ ਜਿਹੜਾ ਸੀ ਵਧਾਇਆ। ਉਸ ਗੱਲ ਕਰਕੇ ਕਤਲਾਂ ਤੱਕ ਗੱਲ ਚਲੀ ਗਈ। ਤੇ ਅੱਜ ਰਾਜੇ ਰਾਮਚੰਦਰ, ਕਿਉਂਕਿ ਇਹ ਹਿੰਦੂ ਨੂੰ ਭਗਵਾਨ ਕਹਿੰਦਾ, ਉਹਦਾ ਹੱਕ ਆ, ਪਰ ਬਾਣੀ ਕਹਿੰਦੀ ਆ ਕਿ ਜੁਗਾ ਜੁਗਾ ਕੇ ਰਾਜੇ ਕੀਨੇ ਗਾਵੇ ਕਰ ਅਵਤਾਰੀ। ਵੀ ਇਹ ਰਾਜੇ ਮਹਾਰਾਜੇ ਹੋਏ, ਕ੍ਰਿਸ਼ਨ ਹੋਣੀ, ਰਾਮਚੰਦਰ ਹੋਣੀ, ਹਿੰਦੂ ਦੇਵੀ ਦੇਵਤੇ ਆ ਜਿੰਨੇ, ਇਹ ਸਾਰੇ ਇੱਕ ਇਸ ਤਰੀਕੇ ਦੀ ਗੱਲ। ਚਲੋ ਹਿੰਦੂ ਮਤ ਦਾ ਅਸੀਂ ਦਿਲ ਨਹੀਂ ਦਿਖਾਉਂਦੇ, ਅਸੀਂ ਭਗਵਾਨ ਅੱਖਰ ਵਰਤ ਲੈਂਦੇ ਆ। ਸਾਡੀ ਇੱਥੇ ਕਿਹੜਾ ਭਗਵਾਨ ਸ਼੍ਰੀ ਰਾਮਚੰਦਰ ਜਿਹੜਾ ਹੈ, ਉਹਨੇ ਇਹ ਜਿਹੜੀ ਰੋਸ਼ਨੀ ਜੀ ਪੈਂਦੀ ਦਿਖਾਈ ਆ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ, ਹਿੰਦੂਆਂ ਨੇ ਉਹਦੇ ਹੱਥ ਚੋਂ ਨਿਕਲਦੀ, RSS ਨੇ। ਇਹ ਸਿੱਖੀ ਦੀ ਚੜ੍ਹਤ ਨਹੀਂ ਹੈ, ਇਹ ਸਿੱਖੀ ਨੂੰ ਛੋਟਾ ਦਿਖਾਇਆ ਗਿਆ ਕਿ ਸਾਹਿਬਜ਼ਾਦੇ ਆ ਜਿਹੜੇ ਉਹ ਤਾਂ ਕੁਛ ਕਰ ਸਕੇ ਆ ਕਿਉਂਕਿ ਰਾਮਚੰਦਰ ਦੀ ਸ਼ਕਤੀ ਸੀ ਉਹਨਾਂ ਦੇ। ਹੁਣ ਇਸ ਤਰੀਕੇ ਦੇ ਇੱਕ ਨਹੀਂ ਦੋ ਨਹੀਂ, ਮਾੜਾ ਮੂੰਹ ਬੇਸ਼ੁਮਾਰ ਕੈਲੰਡਰ ਤੇ ਪੋਸਟਰ ਇੱਥੇ ਮੇਰੇ ਸਾਹਮਣੇ ਪਏ ਆ ਹਿੰਦੂਆਂ ਦੇ ਛਾਪੇ। ਇੱਕ ਉਹਨਾਂ ਨੇ ਹੋਰ ਕੰਮ ਕੀਤਾ ਵੀ ਜਿਹੜਾ ਭਾਈ ਮਤੀ ਦਾਸ ਆ ਉਹਨੂੰ ਬਾਹਮਣ ਸਾਬਤ ਕਰਤਾ ਹੈ ਜੀ। ਤੇ ਇੱਕ ਗਊ ਮਾਤਾ ਦੇ ਵਿੱਚ 10 ਗੁਰੂ ਸਾਹਿਬਾਨ ਵਿੱਚ ਹੀ ਸ਼੍ਰੀ ਰਾਮਚੰਦਰ, ਹੋਰ ਹਿੰਦੂ ਦੇਵੀ ਦੇਵਤੇ, ਸ਼੍ਰੀ ਚੰਦ ਵੀ, ਇਹ ਸਾਰੇ ਇਕੱਠੇ ਕਰਕੇ ਉਹਨਾਂ ਨੇ ਦਿਖਾ। ਏਦਾਂ ਦੇ ਪੋਸਟਰ, ਇੱਕ ਓਂਕਾਰ ਨੂੰ ਗਲਤ ਸ਼ੇਪ ਦੇਣੀ ਜਾਂ ਹੋਰ ਏਦਾਂ ਦੇ ਬੜੇ ਕੰਮ ਨੇ ਜਿਹੜੇ ਇਹਨਾਂ ਨੇ ਕੀਤੇ। ਹੁਣ ਇਹ ਸਾਰੀ ਗੱਲਬਾਤ ਦਾ ਇਹ ਹੈਗਾ ਕਿ ਹਿੰਦੂ ਕਹਿੰਦਾ ਕਿ ਮੈਂ ਦੱਸੂਗਾ ਸਿੱਖ ਗੁਰੂ ਸਾਹਿਬਾਨ ਕੀ ਸੀ, ਮੈਂ ਦੱਸੂਗਾ ਕਿ ਸਿੱਖੀ ਕੀ ਹੈ, ਮੈਂ ਦੱਸੂਗਾ ਕਿ ਤੁਸੀਂ ਕਿਹੜੇ ਦਿਨ ਨੂੰ ਕਦੋਂ ਕੀ ਕਰਨਾ। ਤੁਹਾਨੂੰ ਕੋਈ ਹੱਕ ਨਹੀਂ ਹੈ, ਸਿੱਖਾਂ ਨੂੰ ਕੋਈ ਹੱਕ ਨਹੀਂ, ਸਿੱਖਾਂ ਨੂੰ ਪੁੱਛਣ ਦੀ ਲੋੜ ਹੀ ਨਹੀਂ। ਕਹਿੰਦੇ ਅਸੀਂ ਦੱਸਾਂਗੇ ਕਿ ਵੀਰ ਬਾਲ ਦਿਵਸ ਮਨਾਉਣਾ। ਹੁਣ ਇੰਗਲਿਸ਼ ਦੀ ਇੱਕ ਇੱਥੇ ਗੱਲ ਹੈ, ਇਫ ਯੂ ਡੋਂਟ define yourself for yourself then you will be crushed into others fantasies of you and eaten alive। ਜਾਂ ਅੱਗੇ ਹੋ ਰਹਾ ਵੀ don't let others define you, define yourself। ਇਹ ਤੋਂ ਪਹਿਲਾਂ ਕਿ ਕੋਈ ਹੋਰ ਦੱਸੇ ਕਿ ਤੁਸੀਂ ਕੀ ਹੋ, ਤੁਸੀਂ ਆਪਣੇ ਬਾਰੇ ਆਪ ਨਿਸ਼ਚਿਤ ਕਰੋ। ਸਿੱਖਾਂ ਨੂੰ ਚਾਹੀਦਾ ਕਿ ਉਹ ਖਾਲਿਸਤਾਨ ਸਿਰਜ ਲੈਣ, ਆਪ ਦੇ ਫੈਸਲੇ ਆਪ ਕਰਨ, ਨਹੀਂ ਤਾਂ ਭਾਰਤ ਮਾਤਾ ਕੀ ਜੈ ਵਾਲਿਆਂ ਨੇ ਤਾਂ ਤੁਹਾਨੂੰ ਹਿੰਦੂ ਸਾਬਤ ਕਰਨ। ਸੰਵਿਧਾਨ ਚੋਂ ਹਿੰਦੂ ਲਿਖੀ ਫਿਰਦੇ ਆ, ਕੋਈ ਵੀ ਢੰਗ ਤਰੀਕਾ ਜਿਹਦੇ ਨਾਲ ਸਿੱਖੀ ਨੂੰ ਹੜੱਪ ਸਕਣ, ਸਿੱਖਾਂ ਨੂੰ ਕਰਮਕਾਂਡੀ ਬ੍ਰਾਹਮਣ ਬਣਾ ਸਕਣ, ਉਹ ਛੱਡਦੇ ਨਹੀਂ। ਤੇ ਹਿੰਦੂ ਰਾਸ਼ਟਰ ਬਣਾਉਣ ਦੇ ਨਾਲ ਨਾਲ ਸਿੱਖਾਂ ਦੇ ਅੰਦਰ ਹਿੰਦੂਇਜ਼ਮ ਇੰਜੈਕਟ ਕਰਨ ਦੇ ਲਈ, ਔਰ ਸਾਨੂੰ ਇਹ ਗੱਲ ਦੱਸਣ ਦੇ ਵਿੱਚ ਸਾਨੂੰ 100 ਸਾਲ ਤੋਂ ਪਤਾ ਇਸ ਗੱਲ ਦਾ। ਮੈਕਾਲਫ ਇੱਕ ਵਿਦਵਾਨ ਸੱਜਣ ਹੋਇਆ, ਉਹਨੇ ਅੱਜ ਤੋਂ 100 ਸਾਲ ਪਹਿਲਾਂ ਲਿਖਤਾ ਸੀ ਕਿ ਸਿੱਖ ਧਰਮ ਇੱਕ ਨਿਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿੱਚੋਂ ਨਹੀਂ ਨਿਕਲਿਆ। ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ
जो छोटे छोटे दुश्मन प्राणियां नूं पहला अपनी लपेट विच लैंदा है, फिर ਉਹਨੂੰ ਆਪਣੀ ਜਕੜ ਨਾਲ कस के उसनूं कुचल दिंदा है ते अंत विच उसनूं अपने ਵੱਡੇ ਢਿੱਡ विच ਸਮਾ लैंदा है। इस लई सिख धर्म का सब तो ਵੱਡਾ दुश्मन हिंदू धर्म है। हुण ਇਹ एक विशाल अजगर वर्गी एक तस्वीर साडे सामने आउंदी आ हिंदू धर्म की, ਜਿਹੜਾ बड़े मोह मुहब्बत जे नाल बड़े प्यार जे नाल पहला गलवकड़ी च लैंदा ते फिर पूरे दे पूरे उस प्राणी नूं जिहनूं वो दुश्मन मनदा ਉਹਨੂੰ हड़प जांदा। ते जेकर कोई देख के ये कहे कि देखो अजगर आपदे इस दुश्मन नाल किन्ना प्यार करदा, वो बस फिर वही कहूगा कि RSS बड़ी वधिया, मोदी हुणी बड़े वधिया। गुरु साहिबान दियां कुछ नकली इहो जिहियां पेंटिंग्स चल पईयां ने, जिन्हां दे विच अगले करदे की ने कि गुरु गोबिंद सिंह जी की फोटो जी रख लैणगे, नाल शिवा जी, महाराणा प्रताप, चलो हिंदू जरनैल ने उन्हां नूं ओह इज्जत करन दब के, पर उहनूं गुरु गोबिंद सिंह जी नूं उन्हां दे बराबर रख के साडे बंदे चौड़े होए फिरदे, देखो किड्डा सत्कार करदे आ। कहंदे जी आह तां कहंदे जी पंथक जां खालिस्तानी बंदे एवें चिक्का मरी जांदे आ, किन्ना सत्कार करदे, कमाल कीती पई है। हुण जिहड़ा कुछ अपने नाल इस वेले ये वापर रहा, जे इहनूं आपां समझना होवे तां मैं इक्को गल कहना हुन्ना कि बोधियां दी तबाही किवें होई है, ये समझ लो। अज बोधियां दा जो हशर है, 9 सदियां पहला 9 सदियां पहला जदों सॉरी माफ करना जी 9वीं सदी दे विच जदों शुरू हुई है, उदों काम शुरू होया बई बड़े बड़े पद्धर ते बोधियां दी तबाही दा जुगाड़ जिहड़ा सी वो शुरू कीता। अज साडी स्थिति वो है की होया भी शंकराचार्य दे झंडे हेठ बोधियां दा घाण जिहड़ा सी ਉਹਦੀ लहर तोड़ी गई ते कई परतां वाली एक साजिश ਜਿਹਦੇ एक परत विच बोधियां नूं लगदा सी कि सानूं मारिया जा रहा, सरीरक कतलेआम जिवें सिखां दा हो रहा, लिस्ट बन जाती है कि आ सिख जिहड़े आ इह कतल करने पैणगे, कीते है ना पिछले समय। दूजा ये कि इन्हां दी सरीरक तौर दे उत्ते खुली नस्लकुशी करके टहरा फैलाया जाए कि जे कोई खंघिया, जे कोई बोलिया ही टंग देंगे, जिवें 1984 की गल बार बार की जाती है ना, 5-6 दिन पहला भी लगे हुए सी, 84 दोहरा दें। तो 84 दोहराउण वाली जिहड़ी कहानी है वो एक बारी 84 करके बार बार करन दी गल आ कि सिखां दे मनां च टहर पाउणा। उस तो अगला जिहड़ी अगली परत सी उस साजिश दी, ਉਹਦੇ ਚ ਇਹ ਸੀ ਕਿ ਬੋਧੀਆਂ ਦਾ ਸਦਾ ਮਾਰ ਤੋੜਨਾ, ਉਹਨਾਂ ਦੀ ਅਣਖ ਗੈਰਤ ਨੂੰ ਬੇਕਿਰਕੀ ਨਾਲ ਕੁਚਲ ਦੇਣਾ, ਉਹਨਾਂ ਦੇ ਮਨਾਂ 'ਚ ਹੀਣ ਭਾਵਨਾ ਭਰਨੀ ਹੈ। ਜਿਵੇਂ ਆਪਣੇ ਨਹੀਂ, ਆਪਣੇ ਬਹੁਤ ਸਾਰੇ ਸਿੱਖਾਂ ਨੂੰ ਇਹ ਗੱਲ ਲੱਗਣ ਲਾ ਦਿੱਤੀ ਗਈ ਆ ਕਿ ਸਿੱਖ ਕੋਈ ਵਧੀਆ ਧਰਮ ਨਹੀਂ ਹੈ। ਅਸੀਂ ਤਾਂ ਕੱਟੜਵਾਦੀ ਹਾਂ ਜੀ ਜਦੋਂ ਅਸੀਂ ਕਹਿੰਦੇ ਹਾਂ ਕਿ ਆਪਦੇ ਧਰਮ 'ਚ ਪਰਪੱਕ ਹੋਣਾ ਚਾਹੀਦਾ। ਆ ਹਿੰਦੂ बड़े लिबरल ने, हिंदू बड़े खुले मन नाल चलदे, आपां नूं सिखां नूं भी उवें दा होना चाहिए। जे मैं अपना धर्म नहीं त्याग सकदा चलो कोई गल नहीं, पर मैं सिੱਖੀ ਸਰੂਪ ਤਾਂ त्यागा घट्टो घट। ये कोई शक्ल थोड़ी है, ये कोई अपनी अकल वाली गल थोड़ी है भी आपदे धर्म च परपक्क रह के आपदे आप नूं समझीए भी असीं बड़े घैंट आ, बड़े महान आ। ये तां यार जो दूजा धर्मां दे लोकां नूं आपां गलत जिहा समझदे आ भी असीं बड़े परपक्क आ, तुसीं एवें ही। इदां दीयां गल्लां करन वाले सिੱਖਾਂ ਦੀ अजकल घाट कोई नहीं, बड़ी वड्डी एक कैटागरी पूरी तैयार हो चुकी है ਜਿਹੜੇ ਕਹਿੰਦੇ ਆ ਜੀ ठीक है जी किसी वेले सिੱਖੀ महान होनी आ, सिख बड़े वधिया होने आ, अज तां जी अपना धर्म आपां ने बंदे फलाने ने देखिया है करता। वो सारे सिख इतिहास दे विचों अज दे दौर दे विचों सब तो घटिया उदाहरणां जां सब तो माड़ा बंदा लैके उहदी गल करनगे ते पूरी सिੱਖੀ नूं कहणगे कि ये दोषियां वाले कटहरे 'च खड़ा कर रहे। हीण भावना भरन दे विच इस वेले हिंदूइज्म कोई कसर नहीं छड्ड रहा ते साडे बंदे आपदे इतिहास ते विरसे तो टुटे हुए ने। मैं कहता रहना जे बोधियां दी तबाही बारे पढ़ो, वो सिख इतिहास पढ़ के राजी नहीं, सिੱਖੀ बारे जान के राजी नहीं। मैं इत्थे एक गल साझी करनी चाहां, जिस दिन
दरबार साहब दे विच बेअदबी करन आया दुष्ट सोधिया गया। असीं घरे परिवार नाल बैठे, मेरी 7-8 साल की बच्ची आ, असीं 2-4 दिन पहला ही किसी पासे गए से, असीं ਉਹ ਜਿਹੜਾ ਉਹਨੂੰ ਇਤਿਹਾਸ ਦੱਸਣ ਲੱਗੇ ਗੱਡੀ ਦੇ ਵਿੱਚ ਕਿ ਮੱਸੇ ਰੰਗੜ ਨੇ ਐ ਕੀਤਾ ਸੀ, ਫਿਰ ਉਹਦਾ ਬੇਅਦਬੀ ਕਰਨ ਕਰਕੇ ਉਹਦਾ ਘਾਟਾ ਲਾਤਾ, ਸਿਰ ਉਹਦਾ ਲਾਤਾ, ਉਹਦੀ ਫੋਟੋ ਆ, ਉਹਨੂੰ ਪੇਂਟਿੰਗ ਦਿਖਾਉਂਦੇ ਸੀ ਬੱਚੇ ਨੂੰ। ਤੇ ਜਦੋਂ ਉਹਨੂੰ ਅਸੀਂ ਘਰੇ ਬਹਿ ਕੇ ਗੱਲ ਕਰ ਰਹੇ ਸੀ ਵੀ ਏਦਾਂ ਕਰਕੇ ਦਰਬਾਰ ਸਾਹਿਬ ਦੇ ਵਿੱਚ ਆਹ ਗੱਲ ਹੋ ਗਈ, ਉਹ ਪੁੱਛਣ ਲੱਗ ਗਈ, 7 ਸਾਲ ਦੀ ਬੱਚੀ ਕਹਿ ਰਹੀ ਆ ਗੁਰਮੇਹਰ ਕਿ ਇਹਦਾ ਫਿਰ ਫੌਰੀ ਤੌਰ ਦੇ ਉੱਤੇ ਉਹ ਕੁਛ ਹੋਣਾ ਚਾਹੀਦਾ ਜਿਵੇਂ ਮੱਸੇ ਰੰਗੜ ਦਾ ਹੋਇਆ। ਜੇ ਉਹਨੂੰ ਆਪਦੇ ਇਤਿਹਾਸ ਦਾ ਪਤਾ ਸੀ ਮਾੜਾ ਮੋਟਾ, ਤਾਂ ਉਹ ਗੱਲ ਮੱਸੇ ਰੰਗੜ ਵਾਲਾ ਉਹਨੂੰ ਚੇਤੇ ਸੀ ਵੀ ਦਰਬਾਰ ਸਾਹਿਬ 'ਚ ਜੇ ਕੋਈ ਬੇਅਦਬੀ ਕਰੇ ਤਾਂ ਉਹਦੇ ਨਾਲ ਇਹ ਹੁੰਦਾ। ਹੁਣ ਇੱਥੇ ਇਹੋ ਜਿਹੇ ਵੀ ਬੜੇ ਪੜ੍ਹੇ ਲਿਖੇ ਸਿਆਣੇ ਨੇਗੇ ਜਿਹੜੇ ਕਹਿੰਦੇ ਆ ਜੀ ਨਹੀਂ ਐ ਨਹੀਂ ਉਹ ਨਹੀਂ। ਉਹ ਨਿੱਕੀ ਜਿਹੀ ਬੱਚੀ ਨੂੰ ਸਾਫ਼ ਤੌਰ ਤੇ ਪਤਾ ਕਿ ਦਰਬਾਰ ਸਾਹਿਬ ਵਿੱਚ ਬੇਅਦਬੀ ਦਾ ਮਤਲਬ ਹੈਗਾ ਕਿ ਸਿਰ ਉਹਦਾ ਧੌਣ ਤੋਂ ਅਲੱਗ ਕਰਨਾ ਪੈਣਾ। ਖੈਰ ਹੁਣ ਬੋਧੀਆਂ ਦੇ ਉੱਤੇ ਉਵੇਂ ਹਮਲੇ ਹੋਏ, ਬੋਧੀ ਮੱਠਾਂ ਤੇ, ਜਿਵੇਂ ਆਪਣੇ ਗੁਰਧਾਮਾਂ ਤੇ 1984 ਚ ਅਟੈਕ ਹੋਏ, ਕੱਲਾ ਦਰਬਾਰ ਸਾਹਿਬ ਤੇ ਨਹੀਂ, ਸਾਰੇ ਭਾਰਤ ਦੇ ਵਿੱਚ ਹਮਲੇ ਜਿਹੜੇ ਆ ਗੁਰਧਾਮਾਂ ਤੇ ਹੋਏ। ਉਵੇਂ ਬੋਧੀਆਂ ਦਾ ਘਾਣ ਹੋਇਆ ਜਿਵੇਂ ਆਪਣਾ ਹੋਇਆ। ਬੋਧੀਆਂ ਦਾ ਜਿਹੜਾ ਦਰਖਤ ਸੀ ਜਿਹਦੇ ਹੇਠਾਂ ਬੈਠ ਕੇ ਉਹਨੇ ਮਹਾਤਮਾ ਬੁੱਧ ਨੇ ਉਪਾਸਨਾ ਕੀਤੀ ਸੀ, ਉਹ ਦਰਖਤ ਜਿਹੜਾ ਸੀ ਸਾੜ ਸੁੱਟਿਆ। ਤੇ ਪਾਟਲੀ ਪੁੱਤਰ ਦੇ ਵਿੱਚ ਉਹਦੇ ਚਰਨ ਚਿੰਨ੍ਹ ਜਿਹੇ ਬਣਾਏ ਹੁੰਦੇ ਸੀ, ਉਹਦੀ ਉਹ ਇੱਜ਼ਤ ਕਰਦੇ, ਸਤਿਕਾਰ ਕਰਦੇ ਸੀ ਮਹਾਤਮਾ ਬੁੱਧ ਦਾ, ਉਹ ਮਿਟਾ ਦਿੱਤੇ ਗਏ। ਤੇ ਜਦੋਂ ਅੱਜ ਆਪਾਂ ਦੇਖਦੇ ਆ ਸਾਡੇ ਧਰਮ ਦੀਆਂ ਨਿਸ਼ਾਨੀਆਂ ਕਿਵੇਂ ਮਿਟਾਈਆਂ ਜਾ ਰਹੀਆਂ, ਕਿਵੇਂ ਰੈਫਰੈਂਸ ਲਾਇਬ੍ਰੇਰੀ ਸਾੜੀ ਗਈ, ਉਹ ਸਾਰਾ ਕੁਝ ਉਹੀ ਜਿਹੜਾ ਬੋਧੀਆਂ ਨਾਲ ਹੋਇਆ। ਫਿਰ ਸਾਡੇ ਅੱਜ ਬਹੁਤ ਸਾਰੇ ਘਰਾਂ ਪਿੰਡਾਂ 'ਚ ਜਾ ਕੇ ਦੇਖੋ, ਲੋਕ ਧੜਾ-ਧੜ ਬਾਹਰਲੇ ਮੁਲਕਾਂ ਨੂੰ ਜਾ ਰਹੇ, ਲੱਗਣ ਲਾ ਦਿੱਤਾ ਗਿਆ ਨਾ ਕਿ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ, ਬਚੋ ਭੱਜੋ ਇੱਥੋਂ। ਉਹੀ ਕੁਛ ਬੋਧੀਆਂ ਨਾਲ ਹੋਇਆ। ਹਰੇਕ ਬੋਧੀ ਨੂੰ ਇਹੀ ਲੱਗਦਾ ਸੀ ਕਿ ਇੱਥੋਂ ਨਿਕਲ ਚੱਲੂ। ਹਜ਼ਾਰਾਂ ਲੋਕ ਇੱਥੋਂ ਚੀਨ, ਜਾਪਾਨ, ਪੂਰਬੀ ਏਸ਼ੀਆ ਤੇ ਮੁਲਕਾਂ ਨੂੰ ਭੱਜ ਗਏ। ਜਿਹੜਾ ਗੋਇਆ ਦਾ ਮੁੱਖ ਬੋਧੀ ਮੰਦਿਰ ਸੀ, ਉਹਦੇ ਉੱਤੇ ਜਿਵੇਂ ਹਮਲਾ ਹੋਇਆ, ਜਿਵੇਂ ਆਪਣੇ ਦਰਬਾਰ ਸਾਹਿਬ ਤੇ ਹੋਇਆ, ਫਿਰ ਉਹਨਾਂ ਨੇ ਹਿੰਦੂ ਕੱਟੜਪੰਥੀਆਂ ਨੇ, ਸ਼ੰਕਰਾਚਾਰੀਆ ਨੇ, ਨਾਗਅਰਜਨ ਕੌਂਡਾ ਨੇ ਜਿਵੇਂ ਇੱਕ ਬਹੁਤ ਵੱਡੀ ਮਾਰੂ ਜਿਹਾਦੀ ਮੁਹਿੰਮ ਤੋਰੀ। ਉਹਦੇ ਤਹਿਤ ਜਿਹੜੇ ਜਿਹੜੇ ਜੰਗੀ ਜਰਨੈਲ ਨੇ ਜਿਹੜਾ ਜਿਹੜਾ ਬੋਧੀਆਂ ਦਾ ਤੀਰਥ ਕਾਬੂ ਕੀਤਾ, ਤਬਾਹ ਕੀਤਾ, ਉਹਦੇ ਨਾਂ ਤੇ ਨਾਂ ਰੱਖਦਾ। ਬਦਰੀਨਾਥ, ਕੇਦਾਰਨਾਥ, ਸ਼੍ਰਿੰਗਰੀ, ਤਿਰੂਪਤੀ, ਦਵਾਰਕਾ, ਇਹ ਸਾਰੇ ਪਹਿਲਾਂ ਬੋਧੀਆਂ ਦੇ ਤੀਰਥ ਹੁੰਦੇ ਸੀ। ਇਹਨਾਂ ਦੀ ਤਬਾਹੀ ਕਰਕੇ, ਇਹਨਾਂ ਨੂੰ ਬਰਬਾਦ ਕਰਕੇ, ਜਿਵੇਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਤੋਂ ਬਾਅਦ ਅੰਮ੍ਰਿਤਸਰ ਦਾ ਨਾਂ ਇੰਦਰਾਪੁਰੀ ਰੱਖ ਦੇਣ, ਵੈਦਿਆਪੁਰੀ ਰੱਖ ਦੇਣ। ਕਿਹਨੂੰ ਪਤਾ ਅੱਜ ਵੀ ਬਦਰੀਨਾਥ, ਦਵਾਰਕਾ ਜਾਂ ਇਹ ਸਾਰੇ ਜਿਹੜੇ ਸੀ ਬੋਧੀਆਂ ਦੇ ਤੀਰਥ ਹੁੰਦੇ ਸੀ ਕਿਸੇ ਵੇਲੇ। ਹੁਣ ਮਹਾਤਮਾ ਬੁੱਧ ਜਿਹੜਾ ਸੀ ਉਹ ਨਾਸਤਕ ਮਤ ਦਾ ਪ੍ਰਚਾਰਕ ਸੀ, ਉਹਨੂੰ ਭਗਵਾਨ ਬੁੱਧ ਬਣਾਤਾ। ਹਿੰਦੂ ਕਹਿੰਦਾ ਅਸੀਂ ਦੱਸਾਂਗੇ ਜੀ ਉਹ ਕੌਣ ਸੀ, ਤੁਸੀਂ ਕੌਣ ਨੂੰ ਦੱਸਣ ਵਾਲੇ। ਤੇ ਜਿਹੜੇ ਅੱਜ ਜਿਵੇਂ ਅੱਜ ਸਾਡੀ ਕੌਮ 'ਚ ਕਮਲੀ ਕੌਮ, ਕਮਲੇ ਜਿਹੜੇ ਆ ਇਕੱਠੇ ਹੋਏ ਨੇ, ਜਿਹੜੇ ਕਹਿੰਦੇ ਆ ਜੀ ਬੜਾ ਕਮਾਲ ਹੋ ਗਿਆ ਜੀ, ਮੋਦੀ ਨੇ ਤਾਂ ਬਸ ਵੱਟ ਕੱਢਦੇ ਆ, ਤਾਂ ਸਿੱਖ ਕਮਲੇ ਜਿਹੜੇ ਦਾ ਵਿਰੋਧ ਕਰਦੇ। ਉਹਨਾਂ ਦੇ ਬੋਧੀਆਂ ਵਿੱਚ ਵੀ ਬਥੇਰੇ ਸੀ ਜਿਹੜੇ ਪਿੱਟਦੇ ਸੀ ਕਿ ਜੀ ਆਹ ਜਿਹੜੇ ਬੋਧੀ ਕਹਿੰਦੇ ਆ ਨਾ ਕਿ ਹਿੰਦੂ ਇਜ਼ਮ ਸਾਨੂੰ ਹੜੱਪ ਜਾਏਗਾ। ਦੇਖੋ ਤਾਂ ਸਹੀ, ਮਹਾਤਮਾ ਬੁੱਧ ਆਪਾਂ ਕਹਿੰਦੇ ਹੁੰਦੇ ਸੀ ਇਹ ਭਗਵਾਨ ਬਣਾ ਦਿੱਤਾ, ਭਗਵਾਨ ਰਾਮ ਚੰਦਰ ਤੇ ਭਗਵਾਨ ਕ੍ਰਿਸ਼ਨ ਤੇ ਭਗਵਾਨ ਵਿਸ਼ਨੂੰ ਵਰਗਾ ਬਣਾ ਧਰਿਆ ਜੀ ਇਹਨਾਂ ਨੇ, ਕਿੱਡੀ ਇੱਜ਼ਤ ਕੀਤੀ ਹੈ। ਤੇ ਜੈਸੇ ਮਹਾਤਮਾ ਬੁੱਧ ਨੇ ਰੱਬ ਦੀ ਹੋਂਦ ਨੂੰ ਨਹੀਂ ਮੰਨਿਆ, ਉਹਨੂੰ ਭਗਵਾਨ ਬਣਾਉਣ ਤੋਂ ਬਾਅਦ ਉਹਦੇ ਬੁੱਤ ਬਣਾ ਲਏ। ਅੱਜ ਮੰਦਿਰਾਂ 'ਚ ਜਾਂ ਹੋਰ ਨਾ ਹਿੰਦੂ ਤੀਰਥਾਂ ਤੇ ਜਾਓ, ਲਾਫਿੰਗ ਬੁੱਧਾ ਜਾਂ ਬੁੱਧ ਮਤ ਦੇ ਬਣਾਏ ਹੋਏ ਉਹਦੇ ਮਹਾਤਮਾ ਬੁੱਧ ਨੂੰ ਭਗਵਾਨ ਬੁੱਧ ਕਹਿ ਕੇ ਬਣਾਏ, ਤੁਹਾਨੂੰ ਬੁੱਤ ਮਿਲ ਜਾਣ। ਦੇਖੀ ਚੱਲੋ ਜੇ ਇਸੇ ਰਾਹ ਆਪਾਂ ਚੱਲਦੇ ਰਹੇ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਪੱਥਰ ਦੀਆਂ ਮੂਰਤੀਆਂ ਬਣਾ ਕੇ ਉਹਦੀ ਪੂਜਾ ਕਰਨ ਲਾਉਣਾ ਆਪਾਂ ਨੂੰ। ਬ੍ਰਾਹਮਣਵਾਦ ਨੇ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਈ ਹੋਈ ਆ। ਹੁਣ ਜਿਹਨੇ ਜਿਹਨੇ ਇਸ ਆਰੀ ਦੇ ਖਿਲਾਫ ਖੜਨਾ ਹੈ ਉਹਦੇ ਕੋਲੇ ਵੀ ਖੁੱਲਾ ਮੌਕਾ। ਅੱਜ ਦੇ ਸਮੇਂ 'ਚ ਇਹ ਨਹੀਂ ਕੋਈ ਕਹਿ ਸਕਦਾ ਮੈਨੂੰ ਅਕਲ ਘੱਟ ਸੀ, ਮੈਨੂੰ ਸਮਝ ਨਹੀਂ ਸੀ। ਅੱਜ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਜਿਹੜਾ ਸਿੱਖ ਧਰਮ ਦੇ
दिन दिहाड़ा बारे, सिख शख्सियतां बारे, सिख इतिहास बारे, सिख फलसफे बारे ब्राह्मणवादी लोग हमला कर रहे हैं। मैनू समझ नहीं लगी ये गल, अज कोई भी सिख शख्सियत, कोई सिख संस्था कह नहीं सकती। जेड़ा सिख ये कहता कि मैनू तो समझ नहीं लगती हैगी कि ऐ किवें सानू हड़प जाणगे, वो झूठ बोलदा। सब पता कि अज पढ़िया लिखिया का जमाना, अज डिस्कवरी चैनल वा, अज टैलीविजन यूट्यूब आ, उहदे कौमां किवें मरदियां ने, कौमां किवें हड़प लईआं जांदियां ने, किवें हिंदू इजम अजगर बन के सिੱਖੀ ਨੂੰ हड़प सकता है, ये सब कुछ पता। पर ढीठ बन के ये कही जाना ऐ किवें हो जू, ढीठ बन के ये कही जाना वो कुछ नहीं होंदा, ये बहुत खतरनाक, बहुत माड़ा। ते कौमां नूं मारन दे ढंग तरीके बड़े ने। ऐ नहीं हैगा कि एक कौमां एक दिन च बनदियां नहीं, कि कौमां एक दिन च टुटदियां नहीं, खत्म नहीं होंदियां। पर खोरा जिहड़ा हैगा वो सहजे 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 लगदा लगदा फिर सदियां बाद, अज तो 500 साल बाद या 100-200 साल बाद अपनी कौम के विचों कुछ लोग उठणगे जिहड़े कहणगे फिੱਟੇ ਮੂੰਹ उन्हां सिखां दे जिन्हां ने उस टाइम जी आया किहा इस फैसले नूं। आ की होया पिया, ये किहड़ा वीर दिहाड़ा मनाया रहा जी, ये की हो की। सो अज दी तरीक विच नरेंद्र मोदी दे राही हिंदूइजम दा एक हमला वा, ते इस हमले का विरोध करने वाले सारे सिख अज उवें आ जिवें चमकौर की गढ़ी दे विचों निकल निकल के सिख दुश्मन नाल लोहा लैंदे सी। उवें दी गल, बड़ी वड्डी जंग लड़नी पै रही है गुरु दे खालसे नूं। बड़ी वड्डी गल है कि असीं अज भी सुणदे आ, हर साल ये गल साडे कन्नी पैंदी आ, असीं उहदा विरोध करदे आ जदों कहंदे आ वीर बैरागी। असीं कहने आ कि नहीं, वो बाबा बंदा सिंह बहादुर सी, वो वीर बैरागी नहीं सी। असीं हर साल सुणदे आ हिंद की चादर, असीं विरोध करदे आ कि नहीं वो धर्म की चादर सी। हर साल सुणदे आ कि गुरु तेग बहादुर का बलिदान याद रखेगा हिंदुस्तान, असीं विरोध करदे आ कि नहीं, इदां नहीं सी, वो बलिदान नहीं, वो शहादत सी। हर साल हर वार जदों गुरपुरब आउंदे आ उदों साडे धर्म दे उल्ट गल्लां सानूं पढ़न सुणन नूं दिखदियां ने, असीं उहदा विरोध कर। जदों कहंदे आ वीर हकीकत राय, असीं कहंदे आ बिल्कुल नहीं, भाई हकीकत सिंह सी। सो एक लकीर खिंची जा चुकी आ, एक पासे सिੱਖੀ दे दुश्मन ने, एक पासे सिੱਖੀ दे पहरेदार। किहने किधर खड़ना ये हरेक दा आप दा फैसला। इतिहास बन जाना हुंदा, इतिहास ने निर्धारित करना अज तो 150 साल बाद वो बंदियां दी एक लिस्ट बनूगी जिहड़ी गुरु पातशाह दे वेले तो जी च बड़ी एक लंबी लिस्ट बनती आ रही है कि इन्हां ने सदा गुरु घर दे उल्टी चले आ लोग, जिन्हां ने उधर नाम लिखाउणा उन्हां नूं खुली छुट्टी है जी। बड़ो वड्डियां वड्डियां संस्थावां दे अहुदेदार बड़े चौधरी, वड्डी तो वड्डी पूछ लाओ जी, मगर असीं आम आ फलाने आ धमकाने आ। पर इतिहास कहूगा वो धन सी गुरु दे सधारण जे सिख जिन्हां दे कोले बहुता वड्डा नाम नहीं सी, बड़ी वड्डी उन्हां कोले कार नहीं सी, वड्डी कोठी नहीं सी, सधारण परिवारां दे विचों निकले ते गुरु दी सिੱਖੀ लई अड़े रहे, डटे रहे, कहते रहे कि यह झूठ आ, यह गलत आ, जिहड़ा कुछ कहा जा रहा सच आ वा। सच ते पहरा दिंदे रहे जिहड़े वो इतिहास विच गुरु दे प्यारे होण। ते बेशक कोई वड्डी तो वड्डी अहुदेदारी दे बैठा होवे, जेकर वो गुरु दे सिद्धांत दी उलंघना कर रहा, सिੱਖੀ नाल धो कमाउण वालियां नाल, गदारां नाल, RSS दा एजेंट बनिया पिया वो कह दो। सो अज की तरीक विच नरेंद्र मोदी दे राही जिहड़ा यह हमला होया, शुकर आ वाहिगुरू दा, अज साडी कौम दे विच भावें जिड्डा मर्जी निघार आ चुकिया, पर अज भी अड़न वाले, लड़न वाले, खड़न वाले, डटण वाले सिखां भरावां दी, भैणां दी घाट नहीं। गुरु दे खालसा पंथ नूं 5 सदियां तो जिहड़ा दुश्मन घेरन नूं फिरदा, हड़प्पण नूं फिरदा, उहने कोई कसर नहीं छड्डणी। पर असीं इतिहास में आपका नाम किधर लिखाउणा, ये साडे हत्थ च। दुश्मन बात करे अणहोनी,
ਇਸ ਫਿਤਰਤ ਵਾਲਿਆਂ ਨੇ ਕਿ ਅਸੀਂ ਕੀ ਲੈਣਾ, ਸਾਨੂੰ ਕੀ, ਇਹਨਾਂ ਨੇ ਆਪਦਾ ਕਮਲ ਕੁੱਟੀ ਜਾਣਾ। ਪਰ ਆਪਾਂ ਆਪਦਾ ਨਾਂ ਕਿੱਧਰ ਲਿਖਾਉਣਾ, ਇਹ ਆਪਣੇ ਹੱਥ ਵਿੱਚ ਆ। ਬੋਧੀਆਂ ਦੀ ਤਬਾਹੀ ਦੀਆਂ ਕਿਤਾਬਾਂ ਚੱਕ ਚੱਕ ਕੇ ਪੜ੍ਹੋ ਤੇ ਰੋਣ ਨਿਕਲਦਾ ਕਿ ਇਹ ਕੁਛ ਹੀ ਸਾਡੇ ਨਾਲ ਵਾਪਰ ਰਿਹਾ, ਜਿਹੜਾ ਕੁਛ ਬੋਧੀਆਂ ਨਾਲ ਹੋਇਆ। ਅੱਜ ਸਾਡਾ ਇਸ ਵੇਲੇ ਇਹ ਫਰਜ਼ ਬਣਦਾ ਕਿ ਲਕੀਰ ਖਿੱਚ ਕੇ ਖੜੀਏ ਤੇ ਹਰ ਉਸ ਮਾੜੀ ਗੱਲ ਦਾ, ਗਲਤ ਗੱਲ ਦਾ ਵਿਰੋਧ ਕਰੀਏ ਜਿਹੜੀ ਸਿੱਖ ਸਿਧਾਂਤਾਂ ਉੱਤੇ, ਸਿੱਖ ਇਤਿਹਾਸ ਉੱਤੇ ਸਵਾਲੀਆ ਨਿਸ਼ਾਨ ਲਾਉਂਦੀ ਆ, ਉਲਟ ਭੁਗਦੀ ਆ। ਸੋ ਅੱਜ ਲਈ ਇੰਨੇ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।